fellow HODs, guilty members, and my dear students. Very good afternoon to all of you. Students, today we are here to have a seminar on rationalization of marks. ये जो rationalization है आपके marks की, ये क्या है, उसके ऊपर ये जो आज का सेमिनार है। आपको ये पता होना चाहिए कि जो आपके जो मार्क्स इंटरनल लगाते हैं उसमें आपके रिटर्न प्रैक्टिकल के रिटर्न के वाइवा हो और उसके वाइवा के उसके आपके असाइनमेंट्स के, ठीक है, ये सारे नंबर अटेंडेंस के वो सारे ऐड होते हैं एंड एक कमेटी बैठती है। ये बोर्ड की तरफ से एक रैशनलाइजेशन की डेट दी जाती है एंड एक इंटरनल कमेटी जो बैठती है अंडर द सुपरविजन ऑफ डायरेक्टर सर, जो वो रैशनलाइज करती है मार्क्स को कि जो हमने टीचर ने जो बच्चों को मार्क्स दिए हैं वो अकॉर्डिंगली उनकी परफॉर्मेंस के अकॉर्डिंगली दिए हैं या किसी के साथ पार्शियलिटी तो नहीं हुई किसी के साथ या किसी को प्रेफर तो नहीं किया गया, ठीक है। तो फिर वो सारा आपकी जो असाइनमेंट्स चेक करते हैं, आपकी प्रैक्टिकल फाइल्स चेक करते हैं, जो आपने प्रोजेक्ट फाइल्स है वो चेक होती हैं आपकी। तो फिर वो देखा जाता है कि जो टीचर ने आपके जो मार्क्स लगाए हैं वो क्या उसके अकॉर्डिंगली ही लगाए हैं। इसमें क्या होता है कि अगर किसी के ज़्यादा लगे हैं नंबर बट उसका जो काम अप टू डेट नहीं है तो वो हम नंबर कम भी कर देते हैं दैट पॉइंट ऑफ टाइम। सो फॉर दिस वी हैव अ सेमिनार ऑन rationalization of marks. For this we have the two eminent speakers, Ms. Pooja ma'am and Sumit sir. So firstly I invite Pooja ma'am to please come forward and put the light on today's seminar. Pooja ma'am, please. Good afternoon everyone. Today I am here to explain today's topic, that is rationalization of marks. Before rationalization, I will discuss about the curriculum or syllabus which all the department follows. Syllabus is already fixed by the PSBTE. The number of lectures, theory ਦੇ ਕਿੰਨੇ lectures ਹੈ, practical ਦੇ ਕਿੰਨੇ lectures ਹੈਗੇ per week, ਉਹ ਕੀ ਹੈ already ਕੀ ਹੈ fix ਹੈਗਾ PSBTE ਵੱਲੋਂ। syllabus ਕਿਉਂ important ਹੈਗਾ student ਦੇ ਲਈ कि सिलेबस ਦੇ ਵਿੱਚ ਇਹ ਵੀ ਚੀਜ਼ ਮੈਂਸ਼ਨ ਕੀਤੀ ਹੋਈ ਹੈ ਕਿ ਕੋਈ ਵੀ ਤੁਹਾਡੇ ਨੰਬਰ ਆਫ ਮੋਡਿਊਲ ਦੇ ਫੋਰ ਐਗਜ਼ਾਮਪਲ ਕੋਈ ਤੁਹਾਡੇ ਕੋਲ ਸਬਜੈਕਟ ਹੈਗਾ ਉਹਦੇ ਵਿੱਚ 4 ਤੋਂ 5 ਮੋਡਿਊਲਸ ਹੈਗੇ ਆ, ਠੀਕ ਹੈ। ਉਹਦੇ ਵਿੱਚ ਹਰ ਮੋਡਿਊਲ ਦੀ ਵੇਟੇਜ ਐਗਜ਼ਾਮ ਪੁਆਇੰਟ ਆਫ View ਦੇ ਨਾਲ ਕਿੰਨੀ ਹੈਗੀ ਹੈ, ਕਿਹੜੇ ਮੋਡਿਊਲ ਦੇ ਵਿੱਚੋਂ ਕਿੰਨੇ ਮਾਰਕਸ ਦਾ ਜਿਹੜਾ ਐਗਜ਼ਾਮ ਦੇ ਵਿੱਚ ਕੁਐਸਚਨ ਆਏਗਾ ਉਹ ਹਰ ਇੱਕ ਚੀਜ਼ ਕੀ ਹੈ ਉਹ ਸਿਲੇਬਸ ਦੇ ਵਿੱਚ ਮੈਂਸ਼ਨ ਹੈਗੀ ਹੈ, ਜਿਹਦੇ ਨਾਲ ਕੀ ਹੈ ਕਿ ਤੁਸੀਂ ਸਿਲੇਬਸ ਨੂੰ ਦੇਖ ਕੇ ਆਪਣੀ ਫਾਈਨਲ ਐਗਜ਼ਾਮ ਦੀ ਕੀ ਹੈ ਪ੍ਰੈਪਰੇਸ਼ਨ ਕਰ ਸਕਦੇ ਹੈਗੇ ਹੋ। ਕਈ ਸਟੂਡੈਂਟਸ ਆਉਂਦੇ ਹੈਗੇ ਆ ਪੁੱਛਦੇ ਹੈਗੇ ਆ ਕਿ ਮੈਮ ਅਸੀਂ ਇਲੈਕਟ੍ਰੀਕਲ ਦੇ ਵਿੱਚ ਐਡਮਿਸ਼ਨ ਲਈ ਹੈ ਜਾਂ ਮਕੈਨੀਕਲ ਦੇ ਵਿੱਚ ਐਡਮਿਸ਼ਨ ਲਈ ਹੈ, TMLT 'ਚ ਲਈ ਹੈਗੀ ਹੈ ਕਿ ਸਾਨੂੰ ਫਸਟ ਈਅਰ ਦੇ ਵਿੱਚ ਸਾਨੂੰ ਫਿਜ਼ਿਕਸ ਕੈਮਿਸਟਰੀ ਮੈਥ ਕਿਉਂ ਕਰਵਾਇਆ ਜਾ ਰਿਹਾ ਹੈ, ਕਿਉਂ ਕਰਵਾਇਆ ਜਾ ਰਿਹਾ, ਕਿਉਂ ਤੁਹਾਡੇ ਕਰਿਕੂਲਮ ਦੇ ਵਿੱਚ ਇਹਨਾਂ ਸਬਜੈਕਟਸ ਨੂੰ ਐਡ ਕੀਤਾ ਗਿਆ ਆ ਕਿ ਇਹ ਜਿਹੜੇ ਸਬਜੈਕਟਸ ਹੈਗੇ ਆ ਫਿਜ਼ਿਕਸ ਕੈਮਿਸਟਰੀ ਮੈਥਸ ਕਈ ਕੋਰਸਿਸ ਦੇ ਵਿੱਚ ਹੈਗੇ ਆ, ਕਈ ਕੋਰਸਿਸ ਦੇ ਵਿੱਚ ਨਹੀਂ ਹੈਗੇ ਆ, ਕਿਉਂਕਿ ਇਹ ਜਿਹੜੇ ਅੱਗੇ ਫਰਦਰ ਸਮੈਸਟਰਸ ਆਣੇ ਹੈਗੇ ਆ ਉਹਦੇ ਵਿੱਚ ਕੀ ਹੈ ਇਹ ਜਿਹੜੇ ਸਪੋਜ਼ ਤੁਸੀਂ ਫਿਜ਼ਿਕਸ ਦੇ ਵਿੱਚ ਕੋਈ ਟੌਪਿਕ ਕਰ ਰਹੇ ਹੋ ਜਾਂ ਓਮਸ ਲਾਅ ਪੜ੍ਹ ਰਹੇ ਹੋ ਜਾਂ ਫੈਰਾਡੇਜ਼ ਲਾਅ ਆਫ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਪੜ੍ਹ ਰਹੇ ਹੋ। ਜਦੋਂ ਤੁਸੀਂ ਅੱਗੇ ਇਲੈਕਟ੍ਰੀਕਲ ਦੇ ਵਿੱਚ ਤੁਹਾਨੂੰ ਕੋਈ ਸਬਜੈਕਟ ਆਏਗਾ, ਇਲੈਕਟ੍ਰੀਕਲ ਮਸ਼ੀਨ ਆਏਗਾ ਫੋਰ ਐਗਜ਼ਾਮਪਲ, ਤੁਹਾਨੂੰ ਉੱਥੇ ਜਦੋਂ ਟਰਾਂਸਫਾਰਮਰ ਪੜ੍ਹੋਗੇ, ਠੀਕ ਹੈ, ਉਹਦੇ ਵਿੱਚ ਕੀ ਜਦੋਂ ਤੁਸੀਂ ਫਿਜ਼ਿਕਸ ਦੇ ਵਿੱਚ ਪਹਿਲਾ ਟੌਪਿਕ ਪੜ੍ਹਿਆ ਹੋਗਾ, ਠੀਕ ਹੈ, ਉਹ ਕੀ ਹੈ ਟਰਾਂਸਫਾਰਮਰ ਫੈਰਾਡੇ ਲਾਅ ਆਫ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਤੇ ਕੰਮ ਕਰਦਾ ਹੈਗਾ। ਤੁਸੀਂ ਪਹਿਲਾਂ ਉਹ ਚੀਜ਼ ਪੜ੍ਹੀ ਹੋਏਗੀ ਤੇ ਤੁਹਾਨੂੰ ਕੀ ਹੈ ਅਗਲੇ ਵਾਲੇ ਟੌਪਿਕ ਜਿਹੜੇ ਆ ਉਹ ਪੜ੍ਹਨ ਦੇ ਵਿੱਚ ਆਸਾਨੀ ਹੋਏਗੀ, ਠੀਕ ਹੈ। ਕੁਝ ਸਬਜੈਕਟਸ ਹੈਗੇ ਆ ਜਿੱਦਾਂ DMLT ਵਾਲਿਆਂ ਨੂੰ ਬੇਸਿਕ ਕੈਮਿਸਟਰੀ ਹੈਗੀ ਆ ਐਂਡ ਅਪਲਾਈਡ ਸਾਇੰਸ ਦੇ ਵਿੱਚ ਜਿੰਨੇ ਵੀ ਅਦਰ ਕੋਰਸਿਸ ਹੈਗੇ ਆ ਉਹਦੇ ਵਿੱਚ ਉਹਨਾਂ ਨੂੰ ਹੈਗੀ ਆ ਅਪਲਾਈਡ ਕੈਮਿਸਟਰੀ। ਹੁਣ ਬੇਸਿਕ ਕੈਮਿਸਟਰੀ ਐਂਡ ਜਿਹੜੀ ਅਪਲਾਈਡ ਕੈਮਿਸਟਰੀ ਹੈਗੀ ਆ ਦੋਨਾਂ ਦਾ ਸਿਲੇਬਸ ਜਿਹੜਾ ਅਲੱਗ-ਅਲੱਗ ਹੈਗਾ ਆ ਕਿ ਜਿੱਦਾਂ ਦੀ ਰਿਕੁਆਇਰਮੈਂਟ DMLT ਵਾਲੇ ਸਟੂਡੈਂਟਸ ਨੂੰ ਹੈਗੀ ਆ ਉਹ ਉਨੀ ਕੈਮਿਸਟਰੀ ਜਿਹੜੀ ਆ ਉਹ DMLT ਵਾਲੇ ਸਟੂਡੈਂਟਸ ਨੂੰ ਹੈਗੀ ਆ
ठीक है। ਤੇ ਜਿਹੜੇ ਅਪਲਾਈਡ ਦੇ ਵਿੱਚ ਅਦਰ ਕੋਰਸਿਸ ਹੈਗੇ, ਇਲੈਕਟ੍ਰੀਕਲ ਹੈ, ਮਕੈਨੀਕਲ ਹੈ ਜਾਂ ਸਿਵਲ ਹੈਗੇ ਆ, ਉਹਨਾਂ ਦੇ ਕਰਿਕੂਲਮ ਨੂੰ ਦੇਖਦੇ ਹੋਏ ਉਹਨਾਂ ਦੇ ਜਿਹੜੇ ਸਬਜੈਕਟਸ ਬਣਾਏ ਗਏ ਹੈਗੇ ਆ। ਠੀਕ ਹੈ। ਜਿੱਦਾਂ ਕੁਝ ਕੋਰਸਿਸ ਹੈਗੇ ਆ, ਕੰਪਿਊਟਰ ਸਾਇੰਸ ਇੰਜੀਨੀਅਰਿੰਗ ਹੈ ਜਾਂ ਆਰਕੀਟੈਕਚਰ ਅਸਿਸਟੈਂਟਸ਼ਿਪ ਹੈਗਾ ਕੋਰਸ, ਇਹਦੇ ਵਿੱਚ ਕੀ ਹੈ, ਅਪਲਾਈਡ ਦੇ ਵਿੱਚ ਕੈਮਿਸਟਰੀ ਹੈ ਹੀ ਨਹੀਂ, ਕਿਉਂਕਿ ਸ਼ਾਇਦ ਉਹਨਾਂ ਨੂੰ ਅੱਗੇ ਜ਼ਰੂਰਤ ਹੀ ਨਹੀਂ ਹੈਗੀ, ਇਸ ਕਰਕੇ ਉਹਨਾਂ ਦੇ ਸਿਲੇਬਸ ਦੇ ਵਿੱਚ ਇਹ ਸਬਜੈਕਟ ਜਿਹੜਾ ਉਹ ਐਡ ਨਹੀਂ ਕੀਤਾ ਹੋਇਆ। ਠੀਕ ਹੈ। ਹੁਣ ਮੈਂ ਐਕਸਪਲੇਨ ਕਰਨਾ ਚਾਹੂੰਗੀ ਕਿ ਵਾਟ ਇਜ਼ ਰੈਸ਼ਨਲਾਈਜੇਸ਼ਨ। ਠੀਕ ਹੈ। in rationalization, students' whole semester performance will be analyzed by rationalization committee, includes semester work, that is practical work, class assignments, project work, MST, attendance and their overall behavior. On the basis of these points, your class in charge will make an internal assessment for every student and present it in front of rationalization committee. The rationalization committee members of our college are Dr. Kirpal Singh Pullar, our director sir, Mr. Nitesh Kumar Joshi, HOD of electrical department, Mr. Sandeep Bhagat sir, HOD mechanical department. They will analyze the students by checking their practical files, assignments, project work and report, and also conduct the viva. The rationalization committee have authority to change the marks, for example, increase or decrease the marks according to the performance of student in front of them. At last, I want to give some instruction to the students for their rationalization, that is, their practical files, assignments should be properly completed, checked and covered. There must be minimum 5 assignments and 8 practicals written in their files and assignment. Thank you. How rationalization होती है, ठीक है, उसी के बारे। So now I invite Sumit sir to please come on the stage and put some light on today's session. Sumit sir, please. Respected director sir and my colleague teachers and students, first of all I'm going to explain the marking scheme as well as that things madam had discussed earlier. जैसे कि मैडम ने आप सबको बताया कि आप ये जो आपका जो सेमेस्टर जब स्टार्ट हुआ तब से लेके आपके फाइनल एग्जाम्स तक जो प्रोसेस है वो प्रोसेस किस तरह से निकला हुआ है आपका। जैसे आपने अपने क्लास अटेंड की, लेक्चर्स लगाए, लेक्चर्स में आपकी प्रेजेंट मार्क हुई, अटेंडेंस लगी, देन आफ्टर उसके बाद आपके जो एमएसटीज हुए, फर्स्ट एमएसटी, सेकंड एमएसटी, उस इन बिटवीन आपने जो असाइनमेंट्स बनाई वो चेक करवाई, देन असाइनमेंट के साथ आपने जो आपके रिस्पेक्टिव प्रैक्टिकल्स हुए लाइक फिजिक्स, केमिस्ट्री, और अगर थर्ड सेमेस्टर के स्टूडेंट्स हैं उनके प्रैक्टिकल वर्कशॉप्स वगैरह जो भी कंडक्ट हुए हैं, वो सब जो आपने किया है लास्ट में उनके बेसिस के ऊपर आपके जो स्कीम, जो आपके मार्क्स लगेंगे वो किस तरह से होंगे, वो आपके सामने स्क्रीन है। मैं चाहूंगा कि सभी स्टूडेंट्स एक बार वो स्क्रीन को अच्छे से देखें। उस स्क्रीन के अकॉर्डिंग ये डीएमएलटी का एक मार्किंग स्कीम है। डीएमएलटी स्टूडेंट्स फर्स्ट सेमेस्टर के वो इसको देखें, अच्छे से समझें। यहाँ पे आपके 6 सब्जेक्ट्स के बारे में इंफॉर्मेशन है। द वेरी फर्स्ट थिंग से इंग्लिश एंड कम्युनिकेशन स्किल नंबर 1 के ऊपर है। इसके आप देख सकते हैं, इसके सामने स्टडी स्कीम के जो कॉलम बना हुआ उसमें लिखा हुआ है देयर इज 3 and 2। व्हाट्स द मीनिंग ऑफ 3 इट मींस कि आपको जो एक वीक में इस सब्जेक्ट के 3 लेक्चर्स लगेंगे। एंड सिमिलरली आप उसके नीचे जाएंगे तो बेसिक केमिस्ट्री के एक हफ्ते में 2 लेक्चर असाइन हुए हैं और उसके सामने उसके 2 प्रैक्टिकल्स होंगे। और एज वी गो डाउन देयर इज एनाटॉमी एंड फिजियोलॉजी नंबर 1 जो है उसके भी 2 लेक्चर। सिमिलरली आप नीचे जाते हैं, उनके सामने जो फिगर लगी हुई है इट मींस वेरी फर्स्ट एल स्टैंड्स फॉर लेक्चर, उनके 2 या 3 लेक्चर आपके एक वीक में कवर होंगे। और उनके सामने जो प्रैक्टिकल है यहाँ पे जो नंबर 4 लगा हुआ है, फॉर एग्जांपल एनाटॉमी एंड फिजियोलॉजी में देखिए जो प्रैक्टिकल 4 है इट मींस 2 घंटे के आपके 2 प्रैक्टिकल्स इसमें काउंट हुए हैं।
देन आगे बढ़े तो मार्क्स इन इवैल्यूएशन स्कीम्स की तरफ देखेंगे। तो यहाँ पर सबसे पहले इंटरनल असेसमेंट के बारे में सामने लिखा हुआ है। आप इंटरनल असेसमेंट को ध्यान से देखिए। देयर इज theory, practical and total. These are the three columns highlighted over there. In the theory it's of 20 marks and practical is of 10. आप देख सकते हैं सभी सब्जेक्ट्स के 20 नंबर की थ्योरी और 10 नंबर के प्रैक्टिकल्स हैं। इसमें क्या कवर होगा, जैसे मैडम ने आपको बताया कि आपने जो पिछले कुछ महीनों में आपने जो अपने लेक्चर्स अटेंड किए उसमें आपको जो पढ़ाया गया है उसमें आपने जो नोट्स वगैरह आपने अपने आप को अपडेट किया है। उसके अलावा आपने जो फाइल्स बनाई है अपनी फाइल्स के साथ साथ आपने एमएसटी जो कवर किए। फॉर एग्जांपल यहाँ पे शायद कुछ ऐसे बच्चे हैं जिन्होंने एमएसटी मिस किए हैं या फिर कोई एक एमएसटी नहीं किया, उसके बेसिस के ऊपर या किसी ने अपनी प्रैक्टिकल फाइल प्रॉपर्ली नहीं बनाकर या उसको अच्छे से कवर अप नहीं किया हुआ है तो उसके बेसिस के ऊपर 20 और 10 मार्क्स जो टीम जो क्लास इंचार्ज वो आपको असाइन करेगा, नंबर्स देंगे। मतलब आउट ऑफ 30 यू विल गेट द नंबर्स फ्रॉम योर क्लास इंचार्ज। देन नेक्स्ट आपका है एक्सटर्नल असेसमेंट के ऊपर आप देखिए। अगेन देयर आर 5 कॉलम्स इन अ वेरी फर्स्ट थ्योरी, यानी यहाँ पर आप देखिए, यहाँ पे आप जो रिटन में एग्जाम देंगे ये उसके नंबर है। मींस आपका 50 नंबर का थ्योरी का पेपर होगा जो कि 3 घंटे का होगा, राइट, उसके सामने लिखा हुआ है। उसके बाद एक प्रैक्टिकल 20 नंबर का भी है, वो भी 3 घंटे का ही है। यहाँ से ये बात, ये सभी जो आप देखें नीचे जितने भी सब्जेक्ट्स दे रखे हुए उन सबके लिए ये सेम है, ठीक है। सभी एग्जाम सभी जो सब्जेक्ट्स हैं उन सबके 50 मार्क्स का एग्जाम होने वाला है, 3 घंटे का, और 20 नंबर का प्रैक्टिकल। ये जो 20 नंबर का प्रैक्टिकल है ये आपका रिटन होगा, जिसमें से आपको रिटन मार्क्स अचीव करने होंगे, राइट। तो टोटल आपका 70 मार्क्स का आपका पेपर हो गया। तो यहाँ से एक बात जो क्लियर हो रही है तो अराउंड 420 मार्क्स जो है आपको 6 सब्जेक्ट के रिटन में से आपको लेने हैं। वो 420 नंबर आपके हैं जो आप लिखेंगे, उसके बेसिस के ऊपर आपको मिलेंगे। इसके अलावा 180 प्रैक्टिकल मार्क्स होंगे जो आपके रिस्पेक्टिव सब्जेक्ट्स के टीचर्स हैं वो आपको असाइन करेंगे, राइट। तो इन दोनों को मिलकर आपका जो टोटल आपके जो असेसमेंट होगी फर्स्ट सेमेस्टर की डीएमएलटी की वो 600 नंबर की होगी। सिमिलरली आप इसको अंडरस्टैंड कर सकते हैं आपके अप्लाइड के और भी बहुत सारे जैसे डिपार्टमेंट्स हैं, मैकेनिकल हो गया, इलेक्ट्रिकल हो गया, उन सब पे भी इसी तरह से मार्किंग असाइन होगी। इन सब चीजों में एक चीज कॉमन है, वो ये कि आपके थ्योरी कितने मार्क्स की 15 मार्क्स की थ्योरी होगी और इसके अलावा जो आपके प्रैक्टिकल्स वगैरह ये चीज रहेगी। सिमिलरली हम ऑनवर्ड आगे चले तो ये आपका थर्ड सेमेस्टर का है, आप देख सकते हैं इट्स अ वेरी सेम स्कीम। यहाँ पर भी आपके लेक्चर्स असाइन हुए पड़े हैं फर्स्ट कॉलम में। नेक्स्ट कैसे एक्सटर्नल मार्क्स कितने हैं, इंटरनल मार्क्स कितने हैं, राइट, उसमें से आपको प्रैक्टिकल के कितने होंगे, असाइनमेंट्स के कितने होंगे एंड जो आपकी अटेंडेंस है उसके कितने होंगे। तो एक ये बहुत ही अच्छा इनिशिएटिव है कि जो आपका ये आज हमने जो सेशन रखा है ताकि आप भी अवेयर हो कि हमने जो असाइनमेंट जो प्रैक्टिकल्स जो बनानी है ये मस्ट है करिकुलम में। ये नहीं है कि आपको वैसे ही दिया गया आपके, ये बहुत प्रैक्टिकल्स करो, परफॉर्म करो, असाइनमेंट्स बनाओ। असाइनमेंट्स जो होती है मोस्टली जो एग्जाम होता है असाइनमेंट्स में आ जाता है। जो टीचर्स हैं वो इंपॉर्टेंट क्वेश्चंस होते हैं असाइनमेंट्स में, लास्ट मिनट में आप असाइनमेंट्स ही पढ़ जाओगे तो दैट यू विल क्रैक द एग्जाम जो आपके फाइनल एग्जाम्स होंगे, राइट। Now I request our director sir to please have the concluding words on today's session. Director sir, please. Rationalization of marks. ਉਹਦੇ ਬਾਰੇ ਤੁਹਾਨੂੰ ਸਾਰੇ ਦੋਵੇਂ ਐਮਐਨ ਸਪੀਕਰ ਨੇ ਕਾਫੀ ਡਿਟੇਲ ਦੱਸਿਆ ਹੈ ਕਿਉਂਕਿ ਜਿੰਨੇ ਵੀ ਮਾਰਕਸ ਹੈਗੇ ਆ ਰਿਗਾਰਡਿੰਗ ਐਗਜ਼ਾਮੀਨੇਸ਼ਨ ਦੀ ਗੱਲ ਕਰ ਲਈਏ ਉਹ ਸਾਰੇ ਤੁਹਾਡੇ ਹੀ ਆ। ਜੇ ਘੱਟ ਲੈਣੇ ਆ ਤੇ ਉਹ ਵੀ ਤੁਹਾਡੇ ਤੇ ਡਿਪੈਂਡ ਕਰਦਾ, ਜੇ ਪੂਰੇ ਲੈਣੇ ਤਾਂ ਉਹ ਵੀ ਤੁਹਾਡੇ ਤੇ ਡਿਪੈਂਡ ਕਰਦਾ। ਤੁਹਾਡੀ ਅਟੈਂਡੈਂਸ ਪੂਰੀ ਆ, ਤੁਹਾਡੇ ਫਿਕਸ ਮਾਰਕਸ ਹੈਗੇ ਆ, 2 ਜਾਂ 3 ਨੰਬਰ ਹੁੰਦੇ ਅਟੈਂਡੈਂਸ ਦੇ, ਉਹ ਤੁਹਾਨੂੰ ਪੂਰੇ ਮਿਲਣਗੇ।
ਅਸਾਈਨਮੈਂਟ ਤੇ ਤੁਹਾਡੇ ਨੰਬਰ ਹੈਗੇ ਆ, ਤੁਸੀਂ 5 ਅਸਾਈਨਮੈਂਟਸ ਬਣਾਈਆਂ ਆ, ਤੁਹਾਡੇ ਪੂਰੇ ਮਾਰਕਸ ਆਉਣਗੇ। ਤੁਸੀਂ MSc ਦਿੱਤੇ ਆ, ਅਪੀਲ ਹੋਏ ਹੋ, ਫਿਰ ਅੱਛੇ ਮਾਰਕਸ ਲੈ ਕੇ ਪਾਸ ਹੋਏ ਹੋ, ਉਹ ਤੁਹਾਡਾ ਨੰਬਰ ਕੱਟਿਆ ਕਿਤੋਂ ਨਹੀਂ ਜਾਣਾ। ਹਮੇਸ਼ਾ ਹੀ ਕੋਈ ਪ੍ਰੋਫੈਸ਼ਨਲ ਕਾਲਜ ਆਪਾਂ ਜੋ ਜਾਂਦੇ ਆ, ਸਾਰੇ ਮਾਰਕਸ ਤੁਹਾਡੇ ਡਿਪੈਂਡ ਕਰਦੇ ਆ, ਤੁਹਾਡੀ ਅਟੈਂਡੈਂਸ ਟੋਟਲ ਕਿੰਨੀ ਹੈ ਕਾਲਜ 'ਚ, ਤੁਸੀਂ ਜੋ ਕੰਮ ਕਿੱਦਾਂ ਕੀਤਾ ਆ, ਪ੍ਰੈਕਟੀਕਲ ਨੋਟ ਤੋਂ ਕਿੰਨੀਆਂ ਬਣਾਈਆਂ, ਅਸਾਈਨਮੈਂਟਸ ਕਿੰਨਾ ਕੰਮ ਕੀਤਾ ਹੈ, MSc ਅਪੀਲ ਹੋਏ ਕਿ ਨਹੀਂ ਹੋਏ, ਦੀਸ ਟੋਟਲੀ ਡਿਪੈਂਡਸ ਅਪਨ ਯੂ। ਤੇ ਇੱਦਾਂ ਦੇ ਸੈਮੀਨਾਰ ਅਸੀਂ ਹਮੇਸ਼ਾ ਕਰਦੇ ਰਹਿੰਦੇ, ਕਿਉਂਕਿ ਹੁਣ ਰੈਸ਼ਨਲ ਹੋਣ ਵਾਲੀ ਹੈ ਤੇ ਸਾਰੇ ਸਟੂਡੈਂਟ ਨੂੰ ਇਹਦੇ ਬਾਰੇ ਅਵੇਅਰਨੈਸ ਹੋਣੀ ਚਾਹੀਦੀ ਕਿ ਸਾਡੇ ਜੋ ਰੈਸ਼ਨਲ ਕਮੇਟੀ ਆਉਣੀ ਆ, ਉਹ ਕਮੇਟੀ ਕਿਸ ਤਰ੍ਹਾਂ ਦੀ ਚੀਜ਼ਾਂ ਚੈੱਕ ਕਰਦੀ ਆ, ਅਸੀਂ ਉਹਦੇ ਅਕੋਰਡਿੰਗ ਹੀ ਆਪਣੀ ਤਿਆਰੀ ਕਰੀਏ। ਤੁਹਾਨੂੰ ਮੋਟਾ ਸਾਰਿਆਂ ਨੂੰ ਇਹ ਪਤਾ ਲੱਗ ਗਿਆ ਵੀ ਅਸੀਂ ਆਪਣੀ ਪ੍ਰੈਕਟੀਕਲ ਨੋਟਬੁੱਕਸ ਵੀ ਦਿਖਾਉਣੀਆਂ ਇੱਥੇ, ਅਸੀਂ ਆਪਣੇ ਜੋ ਐਗਜ਼ਾਮ ਤੁਹਾਡੇ ਹੋਏ ਆ ਉਹ ਵੀ ਫਾਈਲਾਂ ਨਾਲ ਲੈ ਕੇ ਆਉਣੀਆਂ, ਵੀ ਜੋ ਵੀ ਤੁਹਾਡੇ ਨਾਲ ਰਿਲੇਟਡ ਚੀਜ਼ਾਂ ਹੈਗੀਆਂ, ਪ੍ਰੈਕਟੀਕਲ ਨੋਟਬੁੱਕਸ ਹੈਗੀਆਂ, ਉਹ ਸਾਰੀਆਂ ਤੁਸੀਂ ਲਿਆ ਕੇ ਨੈਸ਼ਨਲ ਕਮੇਟੀ ਅੱਗੇ ਪੇਸ਼ ਕਰਨੀਆਂ ਆ, ਤਾਂ ਜੋ ਤੁਹਾਨੂੰ ਜੋ ਮਾਰਕਸ ਮਿਲੇ ਆ, ਜੇ ਘੱਟ ਮਿਲੇ ਆ ਤਾਂ ਤੁਸੀਂ ਕੁਐਸਚਨ ਕਰ ਸਕਦੇ ਹੋ ਕਿ ਸਾਡੇ ਮਾਰਕਸ ਵਧਣੇ ਚਾਹੀਦੇ, ਤੇ ਕਮੇਟੀ ਤੇ ਡਿਪੈਂਡ ਕਰਦਾ ਤੁਹਾਡੀ ਪਰਫਾਰਮੈਂਸ ਦੇਖ ਕੇ, ਤੁਹਾਡੀ ਵੈਲਿਊਸ਼ਨ ਕਰਨ ਤੋਂ ਬਾਅਦ ਤੁਹਾਡੇ ਮਾਰਕਸ 10 ਜਾਂ 20% ਹੋਰ ਵਧਾ ਦਿੰਦੀ ਹੈ। ਤੇ ਜੇ ਕਿਸੇ ਮਾਰਕਸ ਗਲਤ ਲੱਗੇ ਆ, ਉਹਦੀ ਪਰਫਾਰਮੈਂਸ ਸਾਹਮਣੇ ਬਿਲਕੁਲ ਨਿਲ ਹੈਗੀ ਆ, ਤੇ ਮਾਰਕਸ ਜ਼ਿਆਦਾ ਲਵਾ ਗਿਆ ਕਿਸੇ ਕਹਿ ਖਵਾ ਕੇ, ਤੇ ਉਹ ਕੱਟੇ ਵੀ ਜਾ ਸਕਦੇ ਆ। ਇਸ ਕਰਕੇ ਇਹ ਸਾਰੇ ਸਟੂਡੈਂਟ ਚੀਜ਼ਾਂ ਦਾ ਧਿਆਨ ਰੱਖਿਆ ਕਰਨ, ਕਿਉਂਕਿ ਜਦੋਂ ਤੁਸੀਂ 3 ਸਾਲ ਤੋਂ ਬਾਅਦ ਪਾਸ ਹੋ ਕੇ ਚੱਲ ਜਾਣਾ ਨਾ, ਫਿਰ ਕਿਸੇ ਨੇ ਦੂਜੇ ਨੂੰ ਸਲਾਹ ਨਹੀਂ ਆ ਗਈ ਮੇਰੀਆਂ ਸਪਨੀਆਂ ਇੰਨੀਆਂ ਤੇਰੀਆਂ ਇੰਨੀਆਂ, ਆਪਣੀਆਂ ਸਪਨੀਆਂ ਆਪ ਹੀ ਕੱਢਣੀਆਂ ਪੈਣੀਆਂ। ਤੁਹਾਨੂੰ 3 ਸਾਲ ਦਾ ਸਮਾਂ ਮਿਲਿਆ ਆ, ਤੁਸੀਂ ਵਧੀਆ ਮਾਰਕਸ ਲੈ ਕੇ ਪਾਸ ਹੋ ਕੇ ਜਾਓ। ਕਈ ਸਟੂਡੈਂਟ ਜੋ ਪਾਸ ਹੋ ਕੇ ਨਿਕਲ ਜਾਂਦੇ ਆ ਤੇ ਸਾਨੂੰ ਆ ਕੇ ਅਪਰੋਚ ਕਰਦੇ ਵੀ ਮੇਰਾ ਬੈਕਲੌਗ ਸਰਟੀਫਿਕੇਟ ਬਣਾ ਦਿਓ ਜੀ, ਨਾਲ ਥੋੜਾ ਜਿਹਾ ਮੈਂਸ਼ਨ ਕਰ ਦਿਓ ਬੈਕਲੌਗ ਮਨ ਘੱਟ ਅੱਜ। ਅਸੀਂ ਤਾਂ ਰਿਕਾਰਡ ਦੇਖ ਕੇ ਬਣਾਵਾਂਗੇ ਚੀਜ਼ਾਂ ਸਾਰੀਆਂ, ਜੇ ਬੈਕਲੌਗ ਦੀਆਂ 5 ਬੈਕਲੌਗ ਲੱਗੇ ਨਾ, 5-6 ਅਟੈਂਪਟਸ ਲੱਗੀਆਂ ਤੇ ਉਹਨੀਆਂ ਹੀ ਲਿਖੀਆਂ ਜਾਣਗੀਆਂ, ਉਹ 'ਚ ਅਸੀਂ ਕਿਸੇ ਨੂੰ ਗਾਂਹ ਨਹੀਂ ਕਰ ਸਕਦੇ। ਇਸ ਕਰਕੇ ਸਾਰੇ ਇਹ ਕੋਸ਼ਿਸ਼ ਕਰੋ ਵੀ ਤੁਸੀਂ 3 ਸਾਲ ਬਾਅਦ ਜਦੋਂ ਨਿਕਲਣਾ ਇੱਥੋਂ, ਤੁਹਾਡਾ ਡਿਪਲੋਮਾ ਹਰ ਪੱਖੋਂ ਕੰਪਲੀਟ ਹੋਣਾ ਚਾਹੀਦਾ। ਤੁਸੀਂ ਸਾਡੇ ਕਾਲਜ ਆਓ, ਕਿਸੇ ਚੰਗੇ ਕੰਮ ਵਾਸਤੇ ਆਓ, ਇਹਦੇ ਵੀ ਵਾਰ-ਵਾਰ ਸਪਲੀਆਂ ਦੇ ਪੇਪਰ ਦੇਣ ਤੁਸੀਂ ਤੁਰੇ ਆਓ ਸਰ। ਇਸ ਕਰਕੇ ਸਾਰੇ ਦੁਆਰਾ ਬੱਚਿਆਂ ਨੂੰ ਇਹ ਕਹਿਣਾ ਵੀ ਮਿਹਨਤ ਕਰੋ, ਜੋ ਤੁਹਾਨੂੰ ਪੜ੍ਹਾਇਆ ਜਾਂਦਾ ਆ ਉੱਤੇ ਗੌਰ ਕਰੋ, ਅਸਾਈਨਮੈਂਟਸ ਬਣਾਓ, MST ਦਿਓ, ਤੁਹਾਡੇ ਐਗਜ਼ਾਮ ਦੀ ਤਿਆਰੀ ਆਟੋਮੈਟਿਕ ਹੋ ਜਾਣੀ ਹੈ। ਤੇ ਲੇਟੈਸਟ ਹੁਣ ਅਸੀਂ ਜੋ ਪੁਰਾਣੇ 2-3 ਸਾਲ ਦੇ ਪੇਪਰ ਆ ਚੁੱਕੇ ਆ, ਉਹ ਹੀ ਸਾਰੇ ਗਰੁੱਪਾਂ 'ਚ ਪਾ ਵੀ ਦਿੱਤੇ ਆ, ਤੁਸੀਂ ਉਸ ਤੋਂ ਚੈੱਕ ਕਰ ਲਓ, ਉੱਤੇ ਵਰਕਆਊਟ ਕਰੋ। ਜੇ ਤੁਹਾਨੂੰ ਲੱਗਦਾ ਕੁਝ ਕੋਈ ਤੁਹਾਨੂੰ ਕੁਆਰੀ ਲੱਗਦੀ ਆ ਵੀ ਇਸ ਕੁਐਸਚਨ ਦਾ ਆਨਸਰ ਆਪਾਂ ਨੂੰ ਸਮਝ ਨਹੀਂ ਪੈਂਦਾ, ਆਨਸਰ ਕੀ ਹੋ ਸਕਦਾ ਆ, ਯੂ ਕੈਨ ਅਪਰੋਚ ਟੂ ਯਰ ਟੀਚਰਸ, ਤਾਂ ਜੋ ਤੁਹਾਡੀਆਂ ਸਾਰੀਆਂ ਕੁਆਰੀ ਜਿਹੜਾ ਪੇਪਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੂਰੀਆਂ ਹੋ ਜਾਣ। ਪੇਪਰ ਜੋ ਕੁਐਸਚਨ ਆਉਂਦਾ ਤੁਸੀਂ 1 ਮਿੰਟ ਲਿਖ ਕੇ ਪਾਸੇ ਹੋ ਜਾਣਾ। ਇਹ ਚੀਜ਼ਾਂ ਅਸੀਂ ਤਾਂ ਫੈਸਿਲਿਟੇਟ ਕਰਾਂਗੇ, ਕੰਟੀਨਿਊ ਕਰਦੇ ਵੀ ਰਹਾਂਗੇ, ਲੇਕਿਨ ਤੁਹਾਡੀ ਕੋਸ਼ਿਸ਼ ਵੀ ਇਹ ਚਾਹੀਦੀ ਹੈ ਵੀ ਇਹ ਵੱਧ ਤੋਂ ਵੱਧ ਸਿੱਖ ਕੇ ਇੱਥੋਂ ਜਾਈਏ, ਤਾਂ ਜੋ ਕਿਸੇ ਬੱਚੇ ਦਾ ਕਿਸੇ ਤਰ੍ਹਾਂ ਨੁਕਸਾਨ ਨਾ ਹੋਵੇ, ਅੱਛੀ ਪੋਜੀਸ਼ਨ ਲੈ ਕੇ, ਅੱਛੀ ਪਰਫਾਰਮੈਂਸ ਲੈ ਕੇ, ਅੱਛੀ ਜੌਬ ਹੱਥ 'ਚ ਲੈ ਕੇ ਉਹ ਨਿਕਲੇ ਇੱਥੋਂ ਤੇ ਫਿਊਚਰ ਆਪਣਾ ਜੋ ਸੁਰੱਖਿਅਤ ਕਰ ਸਕੇ। ਇਸ ਤਰ੍ਹਾਂ ਦੇ ਜੋ ਅਪਡੇਟਸ ਹੋਣਗੇ ਜਾਂ ਹੋਰ ਕੋਈ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ, ਉਹਦੇ ਸੈਮੀਨਾਰ ਅਸੀਂ ਕੰਟੀਨਿਊ ਕਰਾਉਂਦੇ ਰਹਾਂਗੇ, ਪਰ ਹਰ ਮਹੀਨੇ ਵਿੱਚ ਅਸੀਂ ਘੱਟੋ ਘੱਟ 4 ਸੈਮੀਨਾਰ ਤੇ ਤੁਹਾਨੂੰ ਅਸੀਂ ਕਰਾਉਣੇ ਹੀ ਕਰਾਉਣੇ। ਹਰ ਫਰਾਈਡੇ ਇੱਕ ਸੈਮੀਨਾਰ ਹੁੰਦਾ ਹੈ, ਤੇ ਕੋਸ਼ਿਸ਼ ਕਰਿਆ ਕਰੋ ਸਾਰੇ ਬੱਚੇ ਵਿੱਚ ਪਾਰਟੀਸਪੇਟ ਕਰਿਆ ਕਰਨ, ਤਾਂ ਜੋ ਕੋਈ ਨਾ ਕੋਈ ਚੀਜ਼ ਸਾਨੂੰ ਨਵੀਂ ਮਿਲਦੀ ਹੈ। ਜਦੋਂ ਕਿ ਨਵੇਂ ਥਾਂ ਜਾ ਕੇ ਬਹਿੰਦੇ ਹਾਂ, ਜੋ ਅਸੀਂ ਅੱਜ ਚੀਜ਼ਾਂ ਡਿਸਕਸ ਕੀਤੀਆਂ ਤਾਂ ਨਾਲ ਅਸੀਂ, ਇਹ ਤੁਹਾਨੂੰ ਨਵੀਂ ਚੀਜ਼ਾਂ ਪਤਾ ਲੱਗੀਆਂ ਹੀ ਆ ਨਾ, ਇਸ ਕਰਕੇ ਚਾਹੀ ਚਾਹੁੰਦੇ ਸਾਰੇ ਬੱਚਿਆਂ ਨੂੰ ਪਤਾ ਲੱਗੇ। ਤੇ ਮੈਂ ਸਾਰਿਆਂ ਨੂੰ ਮਾਫੀ ਕਰਦਾ, ਸਾਡੇ ਸਪੀਕਰ ਸਾਹਿਬ ਹੈਗੇ, ਸਾਡੇ ਸਟਾਫ ਮੈਂਬਰਸ ਹੈਗੇ ਆ, ਜਿਨ੍ਹਾਂ ਨੇ ਪੂਰੀ ਮਿਹਨਤ ਕਰਕੇ ਸੈਮੀਨਾਰ ਦੀ ਪ੍ਰੈਪਰੇਸ਼ਨ ਕੀਤੀ ਹੈ, ਤੇ ਸਾਰੇ ਸਟੂਡੈਂਟ ਨੇ ਇਹਨੂੰ ਧਿਆਨ ਨਾਲ ਸੁਣਿਆ। ਥੈਂਕ ਯੂ। थैंक यू सर। सो स्टूडेंट्स, आई होप कि जो आज का सेशन है आपके लिए बड़ा फ्रूटफुल होगा, आप यहाँ से कुछ सीख कर ही गए हैं, ठीक है। सो मेक योर असाइनमेंट्स, कंप्लीट योर प्रैक्टिकल फाइल्स, राइट, ठीक है, एंड मेक योर अटेंडेंस कंपल्सरी इन क्लास में। अब लास्ट मोमेंट में पता क्या होता है, बच्चे जब पेपर के पास आते हैं ना तो कम आना शुरू हो जाते हैं। वही टाइम होता है जब आप अपने क्लास इंचार्ज के पास जाके इंपॉर्टेंट क्वेश्चन पे टिक मार्क लगाओ कि मैम हमें एट द एंड इंपॉर्टेंट क्वेश्चन बता दीजिए जो हमारे एग्जामिनेशन पॉइंट ऑफ व्यू से इंपॉर्टेंट है, ठीक है। कौन कौन से टॉपिक इंपॉर्टेंट है, अपने क्लास इंचार्जेस के पास जाइए, सब्जेक्ट इंचार्जेस के पास जाइए, आप इंपॉर्टेंट टिक करिए, ताकि आप लास्ट मिनट पे आप सिर्फ वही क्वेश्चन आप तैयार कर सकें।
ठीक है। सो आप अगर कॉलेज आते हो तो ये वाले टाइम का सही इस्तेमाल करो। ये नहीं कहीं उधर बैठ के कहीं, जैसे सर ने कहा कि कहीं बाहर बैठे रहते हैं क्या उधर बैठे रहते हो, तो क्लास में आए हो बुक लेके जाओ, ठीक है। बुक में से इंपॉर्टेंट टॉपिक मैम को मैम मार्क कर दे, उसमें से इंपॉर्टेंट क्वेश्चंस मार्क कर दे जो एग्जामिनेशन पॉइंट ऑफ व्यू से इंपॉर्टेंट है, ठीक है ना। तो इससे आपको फायदा ही होगा। सो थैंक यू फॉर ऑल, थैंक यू फॉर ऑल फॉर योर पेशेंस एंड सिटिंग ओवर हियर। थैंक यू स्टाफ एंड स्टूडेंट्स, थैंक यू।